ਹੈਗਾ ਤੇ ਪੰਜ ਬੜੇ ਹੈਗੇ ਆ ਅਸੀਂ ਤੁਹਾਨੂੰ ਸੰਭਾਲਣ ਲਈ ਤੇ ਠੀਕ ਹੈ ਆਪਾਂ ਨੇ ਕੈਨੇਡਾ ਨੂੰ ਨਹੀਂ ਕਰ ਰਹੇ ਅਸੀਂ ਇੱਕ ਛੋਟੀ ਜੀ ਪੋਪੂਲੇਸ਼ਨ ਹੈ ਇਸ ਕਰਕੇ ਮੈਂ ਥੋੜੀ ਜੀ ਗਿਣਤੀ ਸ਼ੇਅਰ ਕਰ ਰਿਹਾ ਵਾਂ ਜਿੱਥੇ ਤੱਕ ਕਬੱਡੀ ਦੀ ਗੱਲ ਹੈ ਮੈਂ ਕਬੱਡੀ ਦਾ ਕਦੀ ਵੀ ਫੋਲੋਅਰ ਨਹੀਂ ਸੀਗਾ ਮੈਂ ਕਿਉਂਕਿ ਦਿੱਲੀ ਜੰਮਿਆ ਪਲਿਆ ਕਬੱਡੀ ਨਾਲ ਸਾਡੀ ਕੋਈ ਸਾਂਝ ਨਹੀਂ ਸੀਗੀ ਪਰ ਜਦ ਤੋਂ ਮੈਂ ਨਿਊਜ਼ੀਲੈਂਡ ਗਿਆ ਵਾਂ सन 2001 ਤੋਂ ਕਬੱਡੀ ਵੱਲ ਮੇਰਾ ਰੁਝਾਨ ਜਿਹੜਾ ਉਹ ਬਹੁਤ ਵਧਿਆ ਹੈਗਾ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਦਾ ਔਰ ਉਹਨਾਂ ਦਾ ਮੈਂ ਦਿਲੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਨਿਊਜ਼ੀਲੈਂਡ ਦੀ ਜਿਹੜੀ ਲੜਕੀਆਂ ਦੀ ਟੀਮ ਸੀਗੀ ਉਸ ਨੂੰ ਐਂਟਰੀ ਨਹੀਂ ਮਿਲ ਰਹੀ ਸੀ ਜਦ ਮੈਂ ਇਹਨਾਂ ਦੇ ਆਫਿਸ ਨੂੰ ਸੰਪਰਕ ਕੀਤਾ ਇਮੀਡੀਏਟ ਮੈਨੂੰ ਆਨਸਰ ਮਿਲਿਆ ਕਿ ਤੁਹਾਡੀ ਟੀਮ ਜਿਹੜੀ ਹੈ ਉਹਨੂੰ ਸ਼ਿਰਕਤ ਕਰਨ ਦਾ ਮੌਕਾ ਮਿਲੇਗਾ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੀ ਟੀਮ ਜਿਹੜੀ ਹੈ ਉਹ ਫਾਈਨਲ ਵਿੱਚ ਪਹੁੰਚੀ ਇਹਨਾਂ ਨੂੰ ਵੀ ਡਿਸਅਪਾਇੰਟਮੈਂਟ ਨਹੀਂ ਹੋਏਗੀ ਕਿ ਅਗਰ ਕਿਸੇ ਟੀਮ ਨੂੰ ਅਸੀਂ ਵਾਈਲਡ ਕਾਰਡ ਐਂਟਰੀ ਦਿੱਤੀ ਸੀ ਤਾਂ ਉਹ ਕੁੜੀਆਂ ਚੰਗਾ ਖੇਲ ਕੇ ਗਈਆਂ ਮੈਂ ਮੁਬਾਰਕਬਾਦ ਦਿੰਦਾ ਵਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਅਖੀਰ ਵਿੱਚ ਮੈਂ ਕਿਉਂਕਿ ਟਾਈਮ ਦੀ ਲਿਮਿਟ ਮੈਨੂੰ ਦਿੱਤੀ ਗਈ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਇਹ NRI ਸੰਮੇਲਨ ਤੁਸੀਂ ਹਰ ਸਾਲ ਕਰ ਰਹੇ ਹੋ ਔਰ ਮੈਂ ਉਮੀਦ ਕਰਦਾ ਕਿ ਹਰ ਸਾਲ ਇਸੇ ਤਰ੍ਹਾਂ ਤੁਸੀਂ ਸਾਨੂੰ ਬੁਲਾਉਂਦੇ ਰਹੋਗੇ ਇਹ ਇੱਕ ਬਹੁਤ ਅੱਛੀ ਓਪਰਚੁਨਿਟੀ ਹੈ ਖਾਸ ਤੌਰ 'ਤੇ ਜਿਹੜਾ ਪੰਜਾਬੀ ਭਾਈਚਾਰਾ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ ਇੱਥੇ ਸਾਨੂੰ ਮਿਲਣ ਦਾ ਮੌਕਾ ਮਿਲਦਾ ਹੈ ਇੱਥੇ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਾਂ ਆਪਣੇ ਜਿਹੜੇ ਸਾਡੇ ਦਿਲਾਂ ਦੇ ਅੰਦਰ ਜਿਹੜੇ ਸਾਡੇ ਵਲਵਲੇ ਨੇ ਉਹ ਅਸੀਂ ਸ਼ੇਅਰ ਕਰ ਸਕਦੇ ਹਾਂ ਔਰ ਤੁਹਾਡਾ ਆਸ਼ੀਰਵਾਦ ਲੈ ਕੇ ਜਾਂਦੇ ਹਾਂ ਅਸੀਂ ਜਿਹੜੇ ਦੁਨੀਆ ਅੰਦਰ ਜਿੱਥੇ ਵੀ ਜਾ ਕੇ ਅਸੀਂ ਝੰਡੇ ਗੜੇ ਨੇ ਉਹਦੇ ਪਿੱਛੇ ਤੁਹਾਡਾ ਵੀ ਜਿਹੜਾ ਸਾਡੀ ਹੌਸਲਾ ਅਫਜ਼ਾਈ ਹੈ ਉਹਦੇ ਵਿੱਚ ਅਸੀਂ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ ਕਰਦੇ ਹਾਂ ਅਖੀਰ ਵਿੱਚ ਮੈਂ ਆਪਣੇ ਮਿੱਤਰ ਸਰਦਾਰ ਇੰਦਰ ਇਕਬਾਲ ਸਿੰਘ ਅਟਵਾਲ ਉਹਨਾਂ ਨੂੰ ਥੈਂਕ ਯੂ ਕਹਿਣਾ ਚਾਹਾਂਗਾ ਔਰ ਡਾਕਟਰ ਅਮਰਪਾਲ ਸਿੰਘ ਜੀ ਦਾ ਆਲਰੇਡੀ ਮੈਂਸ਼ਨ ਕੀਤਾ ਗਿਆ ਹੈ ਕਿ ਇਹ ਦੋ ਸ਼ਖਸ ਨੇ ਜਿਹੜੇ ਸਾਨੂੰ ਬਾਰ-ਬਾਰ ਇਨਵਾਈਟ ਕਰਕੇ ਮਜਬੂਰ ਕਰਦੇ ਨੇ ਕਿ ਸਾਨੂੰ ਇਸ NRI ਸੰਮੇਲਨ ਵਿੱਚ ਹਰ ਵਾਰ ਆਉਣਾ ਚਾਹੀਦਾ ਹੈ ਔਰ ਮੈਂ ਸਮਝਦਾ ਇਟਸ ਵਰਥ ਕਮਿੰਗ again to this NRI Sammelan where we always enjoy the hospitality. Thank you very much. Thank you very much ਜੀ ਕਿਉਂਕਿ ਇੰਨਾ ਜੋਸ਼ ਸਾਰਿਆਂ ਦੇ ਵਿੱਚ ਹੈ ਮੈਨੂੰ ਲੱਗ ਰਿਹਾ ਕਿ ਇਹ ਇੱਕ ਬੜਾ ਵੱਡਾ ਆਪਣੇ ਆਪ ਦੇ ਵਿੱਚ ਉਪਰਾਲਾ ਹੈ ਪਰ ਇੱਧਰ ਵਾਲੇ ਮੈਂ ਦੇਖ ਰਹੀ ਸੀ ਜਿਹੜੇ ਪਿੱਛੇ ਵਾਲੇ ਨੇ ਤਾੜੀਆਂ ਮਾਰਨ ਦੇ ਵਿੱਚ ਤੇ ਖੁਸ਼ੀ ਦੇ ਵਿੱਚ ਉਹ ਪਿਛਲਿਆਂ ਨੂੰ ਵੀ ਓਨਾ ਹੀ ਤੁਸੀਂ ਲੋਕ ਕੰਟਰੀਬਿਊਟ ਕਰ ਰਹੇ ਹੋ ਕਿ ਨਹੀਂ ਵੀ ਤੁਹਾਨੂੰ ਲੱਗਦਾ ਆਪਣੇ ਆਪ 'ਚ ਚੰਗਾ ਉਪਰਾਲਾ ਹੈ ਇਹ ਗੱਲ ਤਾਂ ਮੰਨਣੀ ਪਏਗੀ ਪਰ ਜਦੋਂ ਅਸੀਂ ਕੈਨੇਡਾ ਅਮਰੀਕਾ ਜਾਈਦਾ ਉਦੋਂ ਤੇ ਜੋਸ਼ ਹੀ ਕੁਝ ਹੋਰ ਹੁੰਦਾ ਪਰ ਤੁਸੀਂ ਤਾੜੀਆਂ ਨਾਲ ਹੀ ਅੱਜ ਸਾਰੀ ਜਾਂਦੇ ਹੋ ਉਹ ਵੀ ਚੰਗੀ ਗੱਲ ਹੈ ਕਹਿੰਦੇ हंगामा शुरू करना मेरी फितरत नहीं मगर ये मानता हूं कि सूरत बदलनी चाहिए तेरे सीने में हो या मेरे सीने में हो लेकिन कहीं भी हो लेकिन ये आग जलनी चाहिए क्योंकि जो कोई मुश्किल होंदी है तो उसका हल लभन दे लई जो हर बंदा एकजुट हो जाता और तुहाडी ये होम टाउन है तो उस जोश के नाल असी बेहतर होंदे जा रहे हैं असी डेवलप्ड होंदे जा रहे हैं ये सारे लिए बड़ी प्राउड करन दी गल है मैं जी आया कहांगी पंजाबी जुबान नूं जिन्हां ने पूरा परचम ते लहराया है NRI ने मलकीत सिंह जी सो जी आया जी तुहानूं भी इस फंक्शन और इस दे नाल ही मैं रिक्वेस्ट करांगी ऑनरेबल मैंबर पार्लीमेंट UK प्रीति पटेल जी नूं ताड़ियां तुसीं इन्नियां घट सारे लोग इन्ने दूरों दूरों सफर करके आए ने अजे ते जेट लैग ही नहीं उतरिया जोश जरा बरकरार रखो प्लीज Thank you very much. Honourable Chief Minister, Honourable Deputy Chief Minister, Honourable Minister for NRI Affairs, thank you for your invitation here today. It is a real pleasure for me as a British Member of Parliament to be addressing this forum today and thank you for the invitation. I am overwhelmed, I think it's fair to say, by the outstanding presentations and the passion that we've heard in the speeches today. And I think I've got a very clear message to take back to UK, the Indian diaspora and to the Punjabi community in its own right as well, that they need to come back here more often and actually see the vision that you, Chief Minister, you Honourable Deputy Chief Minister, have been outlining today. And I'm very much looking forward to hearing more here as well.
There is no doubt that what we've heard today really speaks volumes about the way India has progressed in the world and in terms of India's reputation with the NRI community across the world. This is my second visit to Punjab in less than 12 months, and my first visit was last February. Chief Minister, thank you for your hospitality then when we came with our Prime Minister, David Cameron, for what was a very, very special and poignant visit to Amritsar and to the Golden Temple. That was a visit that we will never forget, and I thank you again for everything you did to make that visit happen. The UK, it is well known, outside of Canada, is home to around 1.5 million people of Indian ethnicity. And, of course, the UK's Indian diaspora, our community, is influential. It's a fact of life. We work hard, as the Deputy Chief Minister said. And, of course, we now have a leading role in all our professions, in business, in politics, as we see here today, and in many other professions, including the media, health as well, and the educational sector. Just to share one fact with you, something like 25% of our doctors in our National Health Service, those of them that help the British people get better day in, day out, are from the Indian community. They are of Indian origin. And that's a testament to the strength of our roots, really, in this country, but of course our footprint around the world. The Punjabi diaspora, of course, is estimated to constitute about 45% of the UK's Indian diaspora. That diaspora plays a significant role in shaping that UK-Indian relationship. And of course, it's about what we're talking about here today. We're speaking about the culture, our social aspects, and our historical ties, and ensuring, of course, that we grow that generation to generation as well. Of course, our diaspora relationship is changing. It's changing dramatically because, of course, we are a young country here. Our new generations are doing different things. Global citizens around the world, they're coming here, they're going back home, they're very mobile, they're upwardly mobile. But, ladies and gentlemen, as many of you may be aware, I was recently appointed last November by the British Prime Minister, the Right Honourable David Cameron, to be the UK government's first ever Indian diaspora champion. And that role is one of the most significant roles that the UK government has created. And I think in its own right it speaks volumes about the Prime Minister's commitment to India, but importantly, the role of the NRI community and the diaspora in the United Kingdom. My role I see as very significant, and of course it's threefold. Firstly, it's to listen, which is why I'm here today, of course, to the insights. I've heard some wonderful insights today, there's no doubt about that, some great insights about the state of Punjab and the future of Punjab as well, and of course that's down to the very, very clear leadership that we've heard today. And of course it's about how we can help to build those ties, the relationship in Punjab here, in India, across India, but of course with the United Kingdom. Our Prime Minister has spoken in the visits that he has come to India, many visits that he's had since he's been Prime Minister, about not just strengthening those ties. We want to go further. We want to go beyond that. We want to deepen our ties. And that will bring prosperity to both our countries. There's no doubt about that. It brings me on to a very significant aspect, and we've been speaking about this. I've seen the presentations today. It's also about trade and investment. It's about bringing money into this state, and it's about bringing knowledge, know-how, business links, business delegations, the things that really make the wheels go around. The British government's aim is to double trade with India by 2015. Currently, the levels stand at £17 billion, and by 2015, which is only next year, we want to get that figure up to £25 billion. And we're doing well, we're doing really well, there's no doubt about that, but of course we can do more, we can do better, which is why I'm here today as well. Our diaspora, NRI community, has enormous potential to contribute. We want to, we are there, there's no doubt about that. Powerful and so impactful. You have given us insights that we can certainly take back to the United Kingdom and tell them about. And also to our business leaders as well, whether they're multinational companies or small or medium-sized businesses too. You have told us today that Punjab is a business-friendly state.
I can go away and tell them why you're a business-friendly state as well, and I will absolutely do that, I really will. I have enormous confidence off the back of this participation, coming here today, that we can do a lot more working together. And actually, I think today's conference, the Semillion here, is actually about that shared understanding. It's the common bonds between our countries, there's no doubt about that, but it's the contribution that successive generations can give back to their motherland and to motherland India as well. So thank you for the opportunity to come. It's about strengthening and deepening the ties between our two diasporas. Thank you. Thank you very much. And now I request Datu Daljit Singh Thaliwal, Honorable Advisor to President, Malaysia. वाहिगुरु जी का खालसा श्री वाहिगुरु जी की फतेह. Honorable Chief Minister of Punjab, Sardar respected S. Prakash Singh Badal, Honorable Deputy Chief Minister of Punjab, Sardar Sukhbir Singh Badal, Honorable NRI Minister of Punjab, Sardar Bikram Singh Majidya. ਸਾਨੂੰ ਇੱਥੇ ਆਉਣ ਦੀ ਬਹੁਤ ਖੁਸ਼ੀ ਆ. ਇਹ ਸਾਡਾ ਦੂਸਰਾ ਸਾਲ ਆ ਅਸੀਂ ਪਹੁੰਚੇ ਆ ਇੱਥੇ. ਸਾਨੂੰ ਫਖਰ ਆ ਇੱਕ ਸਾਲ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਨੂੰ ਉਹਨਾਂ ਦੀ ਜਿਹੜੀ ਪਲੈਨਿੰਗ ਦਿਖਾਈ ਆ, ਉਹਨਾਂ ਨੇ ਜਿਹੜੀ ਉਹਨਾਂ ਦੇ ਫਿਊਚਰਿਸਟਿਕ ਪਲਾਨਸ ਬਣਾਏ ਆ ਪੰਜਾਬ ਲਈ. ਅਸੀਂ ਬਹੁਤ ਕੁਝ ਬੋਲਣਾ ਚਾਹੁੰਦੇ ਸੀ, ਪਹਿਲਾਂ ਸੋਚਿਆ ਕੁਝ ਕਹਿ ਕੇ ਜਾਵਾਂਗੇ ਇਕਨੋਮਿਕ ਦੇ ਬਾਰੇ ਜਾਂ ਐਕਸਚੇਂਜ ਆਫ ਇਕਨੋਮਿਕ ਵੈਲਿਊ ਵਿਦ ਮਲੇਸ਼ੀਆ, ਬਟ ਇਹਨਾਂ ਨੇ ਤਾਂ ਜਾਰੀ ਤਰੱਕੀ ਕੀਤੀ ਹੋਈ ਆ ਪੰਜਾਬ ਵੱਲੋਂ ਹੀ. ਇਹ ਬਹੁਤ ਐਫੀਸ਼ੀਐਂਟ ਬੰਦੇ ਆ ਜੀ. ਟਾਈਮ ਟੂ ਟਾਈਮ ਅਸੀਂ ਇਹਨਾਂ ਦੇ ਬਲੌਗ ਨੂੰ ਵੇਖਦੇ ਰਹਿੰਦੇ ਆ, ਕਿਉਂਕਿ ਜਦੋਂ ਅਸੀਂ ਪਹਿਲੀ ਵਾਰ ਇੱਥੇ ਪਹੁੰਚੇ ਸੀ ਸਾਡੇ ਵੱਲੋਂ ਕੋਈ ਗੱਲਾਂ ਅਸੀਂ ਇਹਨਾਂ ਨੂੰ ਆਖੀਆਂ ਸੀ. ਇਹਨਾਂ ਨੇ ਕਾਫੀ ਕੰਮ ਕੁਆਇਟਲੀ ਸਾਨੂੰ ਦੱਸੇ ਬਿਨਾਂ ਇਹਨਾਂ ਨੇ ਕੰਮ ਸ਼ੁਰੂ ਕਰਤਾ, ਕਿਉਂਕਿ ਇਹਨਾਂ ਦੇ ਇੱਕ ਅਫਸਰ ਸਾਹਿਬ ਹੈਗੇ ਆ ਦਿੱਲੀ ਦੇ ਵਿੱਚ, ਅਰੁਣ ਸਾਹਿਬ, ਅਰੁਣ ਮਲਹੋਤਰਾ, ਉਹਨਾਂ ਦੇ ਨਾਲ ਅਸੀਂ ਇਨ ਟੱਚ ਕਰਦੇ ਰਹਿੰਦੇ ਆ. ਉਹ ਕਾਫੀ ਸਾਡੇ ਨਾਲ ਇੰਟਰੈਕਟ ਕਰਦੇ ਆ. ਉੱਥੇ ਜਿਹੜੇ ਮਲੇਸ਼ੀਆ 'ਚ ਥੋੜ੍ਹੇ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ, ਚਾਹੇ ਮਲੇਸ਼ੀਅਨ ਦੇ ਬਾਰੇ ਹੋਵੇ ਜਾਂ ਆਪਣੇ ਪੰਜਾਬ ਦੇ ਲੋਕਾਂ ਦੇ ਬਾਰੇ ਹੋਵੇ, ਉਹ ਉੱਥੇ ਹੀ ਮੇਰੇ ਨਾਲ ਸੈਟਲ ਕਰ ਲੈਂਦੇ ਆ ਜੀ. Thank you very much, Sardar Sukhbir Singh Badal. I'm very proud of your efficiency, actually. This is what making this beautiful Punjab moving forward. And of course, the blessings of the Chief Minister is there. You have made some very beautiful new laws to protect the NRIs and also the people of Punjab. I would like to share some very important things regards to Malaysia relationship with Punjab. Of course, India covers the entire country. I've been attending the National Pravasi of India for 12 years. And of course, I'm proudly attending the second Pravasi of Punjab. And it's so well organized. It just want to make me come here. I even invited some of our other races to come here, but they unfortunately couldn't make it because the program in Delhi was a bit lengthy and they had to finish with that. But of course, proudly, I would like to introduce my colleagues who are here from Malaysia. Senator Jaspal Singh is here. Dato' Randir Singh is here, a Central Working Committee member. Sardar Aman Singh is here. And Sardar Ravinder Singh, a lawyer from Malaysia, is here. We are 5 of us here today. And the balance invitees who you invited from Malaysia, they couldn't make it. But I promise you this, next year or whenever the Semillion takes place again, with the blessings of Guruji on the land of Guruji, there will be minimum 10 brothers or sisters from Malaysia who will be here. And there's another request I would like to make on changes of exchange of culture between Malaysia and Punjab especially. There are about almost 80 or maybe you can say 100,000 Sikhs in Malaysia. Like I mentioned last year, there are about 120 Gurdwaras in Malaysia. There are about a dozen of Punjabi clubs in Malaysia. We have a national Vaisakhi celebration that is sponsored by the government of Malaysia.
with the coordination of the Embassy of India in Malaysia, the High Commissioner. We have teams of cultural shows there, but we don't really have a real vibrant show on Vaisakhi Day in Malaysia. I think this coming April, if it's possible, if the Punjab government and the High Commissioner of India in Malaysia can coordinate, maybe you all can send a real good team like what we saw this morning performing in the lunch show. That will actually bring something awakening to the Malaysians and also the tourists that are visiting Malaysia yearly. And the good news is this year in Malaysia, 2004, is a Visit Malaysia year. I'm conveying a message from the Minister of Tourism of Malaysia and Culture that anybody from India who is going to visit Malaysia as a tourist, you have a visa on arrival. So you don't actually have to go to that process of applying visa through the local agents and all that anymore. You have a visa on arrival, but you must be sure that you're coming there as a tourist. And another subject that is quite important is on education. Je ho sakda, like I mentioned last year, on dentistry seats, or maybe medical. You have mentioned there's a big medical school that's coming here, and medical facilities that are coming on 500 acres of land. Maybe in the future we see how we can work between country to country or directly with the Punjab government for our people in Malaysia who are actually from the Sikh community or the Punjabi community and others. And I also want to take this opportunity to thank all the delegates who are here. And of course, I would like to thank the team of Sardar Inder Iqbal Singh, who really coordinated with their hearts with us. They kept on calling us daily, twice sometimes. They kept on sending in emails to make sure that we are coming, and they have organized things in such a smooth manner. We just never felt that we were traveling to coming to Punjab with any issues. It was just a journey that's so beautiful. They kept on calling our handphones to say, "Pahunch gaya, thonu koi loda, dasso, on to pala kuch chaida." This is really homecoming to Punjab. Thank you very much to the Sangat that's here, and of course the security that's provided to us. Those people are so gentlemen. They don't even let us get down to buy a glass of water or a bottle of water. They have everything in the car provided to us. Thank you very much, Sardar Badal Singh ji, Chief Minister Saab ji. ਤੁਹਾਡੀ ਅਸੀਂ ਬਹੁਤ ਇੱਜ਼ਤ ਕਰਦੇ ਹਾਂ। ਮਲੇਸ਼ੀਆ ਵਾਲਿਆਂ ਤੋਂ ਸਾਨੂੰ ਪਿਆਰ ਆ ਤੁਹਾਡੇ ਨਾਲ ਕਿ ਸਾਨੂੰ ਖੁਸ਼ੀ ਆ ਹਰ ਸਾਲ ਇੱਥੇ ਆਉਣ ਦੀ। ਜਦੋਂ ਸਾਡੀ ਕੋਈ ਲੋੜ ਹੋਵੇ ਕੋਈ ਸੇਵਾ ਦੀ ਮਲੇਸ਼ੀਆ ਦੇ ਵਿੱਚ, ਜੇ ਅਸੀਂ ਕੁਝ ਕਰ ਸਕੀਏ ਪੰਜਾਬੀਆਂ ਲਈ, ਅਸੀਂ ਤੁਹਾਡੇ ਨਾਲ ਕਰਾਂਗੇ ਜ਼ਰੂਰ। ਥੈਂਕ ਯੂ ਵੈਰੀ ਮਚ। ਇਹ ਜਿਹੜੇ ਅਖੀਰ ਵਾਲੇ ਲਾਈਨਾਂ ਸੀ ਨਾ, ਇਹ ਸਪੀਚ ਦਾ ਹਿੱਸਾ ਨਹੀਂ ਸਨ, ਪਰ ਇਹ ਲਾਸਟ ਵਾਲੀਆਂ ਲਾਈਨਾਂ ਜਿਹੜੀਆਂ ਇਹਨਾਂ ਨੇ ਦਿਲੋਂ ਕਹੀਆਂ ਨੇ। ਇੱਕ ਵਾਰੀ ਜ਼ੋਰਦਾਰ ਤਾੜੀਆਂ, ਜਦੋਂ ਕਹਿੰਦੇ ਬਾਤ ਜੋ ਦਿਲ ਸੇ ਨਿਕਲੇ ਉਹ ਅਸਰ ਰੱਖਤੀ ਹੈ। ਜਿਹੜੀ ਗੱਲ ਦਿਲੋਂ ਬੰਦਾ ਕਹਿੰਦਾ ਉਹਦਾ ਅਸਰ ਹੀ ਕੁਝ ਹੋਰ ਹੁੰਦਾ ਹੈ। ਔਰ ਮੈਂ ਵਧਾਈ ਦੇਵਾਂਗੀ ਮਜੀਠੀਆ ਸਾਹਿਬ ਨੂੰ, ਕਿਉਂਕਿ